नित्यं य एनम अजम अव्ययम कथम स पुरुषा पार्थकम घात्यति हंति कम। ਤਾਂ ਇਹਦੇ ਵਿੱਚ ਭਗਵਾਨ ਕ੍ਰਿਸ਼ਨ ਭਗਵਦ ਗੀਤਾ ਵਿੱਚ ਅਰਜੁਨ ਨੂੰ ਕਹਿੰਦੇ ਕਿ हे ਪਾਰਥ, ਜਿਹੜੇ ਬੰਦੇ ਨੂੰ ਆਤਮਾ ਦੇ ਬਾਰੇ ਪਤਾ ਹੈ ਕਿ ਉਸ ਨੂੰ ਉਹ ਨਿੱਤਯ ਹੈ, ਆਤਮਾ ਮਤਲਬ ਕਦੇ ਵੀ ਉਹਦਾ ਨਾਸ਼ ਨਹੀਂ ਹੋ ਸਕਦਾ ਔਰ ਉਹਨੂੰ ਉਹ ਕਦੋਂ ਵੀ ਪੈਦਾ ਨਹੀਂ ਹੁੰਦੀ ਔਰ ਉਸਨੂੰ ਮਾਰਿਆ ਨਹੀਂ ਜਾ ਸਕਦਾ ਔਰ ਉਹ ਕਿਸ ਤਰ੍ਹਾਂ ਕਿਸੇ ਨੂੰ ਮਾਰ ਸਕਦਾ ਹੈ। ਤਾਂ ਇੱਥੇ ਭਗਵਾਨ ਕ੍ਰਿਸ਼ਨ ਕਹਿ ਰਹੇ ਕਿ ਆਤਮਾ ਨੂੰ ਆਪਾਂ ਮਾਰ ਨਹੀਂ ਸਕਦੇ ਔਰ ਇੱਥੇ ਇੱਕ ਤਰ੍ਹਾਂ ਦੀ ਹਿੰਸਾ ਸ਼੍ਰੀਲ ਪ੍ਰਭੂਪਾਦ ਗੱਲ ਕਰ ਰਹੇ ਕਿ ਹਰ ਚੀਜ਼ ਜਿਹੜੀ ਹੈ ਨਾ ਉਹਦਾ ਇੱਕ ਉਪਯੋਗ ਹੈ। ਮਤਲਬ ਕਈ ਚੀਜ਼ਾਂ ਇਹੋ ਜਿਹੀਆਂ ਵੀ ਨੇ ਜਿਨ੍ਹਾਂ ਨੂੰ ਅਸੀਂ ਨਕਾਰ ਦਿੰਦੇ ਹਾਂ। ਜਿਸ ਤਰ੍ਹਾਂ ਸ਼੍ਰੀਲ ਪ੍ਰਭੂਪਾਦ ਲਿਖ ਰਹੇ ਕਿ everything has its proper utility and a man who is situated in complete knowledge knows how and where to apply a thing for its proper utility। ਕਿ ਹਰ ਚੀਜ਼ ਦੀ ਇੱਕ ਮਹੱਤਤਾ ਹੈ। ਇਸ ਸੰਸਾਰ ਵਿੱਚ ਜਿੰਨੀਆਂ ਵੀ ਚੀਜ਼ਾਂ ਦੀ ਵਰਤੋਂ ਕੀਤੀ ਹੋਈ ਹੈ, ਜਿੰਨੀਆਂ ਵੀ ਚੀਜ਼ਾਂ ਨੇ, ਚਾਹੇ ਕੋਈ ਇਮੋਸ਼ਨਸ ਜਾਂ ਚੀਜ਼ਾਂ ਨੇ, ਉਹਨਾਂ ਦੀ ਇੱਕ ਵਰਤੋਂ ਹੈ। ਈਵਨ ਜੇ ਅਸੀਂ ਗੱਲ ਕਰੀਏ ਅਫੀਮ ਦੀ ਜਾਂ ਨਸ਼ਿਆਂ ਦੀ, ਉਹਨਾਂ ਦੀ ਵੀ ਇੱਕ ਯੂਟਿਲਿਟੀ ਹੈ, ਲੇਕਿਨ ਪਤਾ ਹੋਣਾ ਚਾਹੀਦਾ ਉਹਨੂੰ ਕਿੱਥੇ ਤੇ ਕਦੋਂ ਕਿਸ ਤਰ੍ਹਾਂ ਯੂਜ਼ ਕਰਨਾ। ਉਸੇ ਤਰ੍ਹਾਂ ਭਗਵਾਨ ਕ੍ਰਿਸ਼ਨ ਇੱਥੇ ਅਰਜੁਨ ਨੂੰ ਕਹਿ ਰਹੇ ਕਿ ਹਿੰਸਾ ਦੀ ਗੱਲ ਤੂੰ ਕਰ ਰਹੇ ਹੈ, ਲੇਕਿਨ ਪਹਿਲਾਂ ਤੈਨੂੰ ਇਹ ਪਤਾ ਹੋਣਾ ਚਾਹੀਦਾ ਹਿੰਸਾ ਹੈ ਕੀ ਔਰ ਕਿਹਦੇ ਤੇ ਹਿੰਸਾ ਹੋ ਰਹੀ ਹੈ। ਆਤਮਾ ਤੇ ਹੋ ਰਹੀ ਹੈ, ਸਰੀਰ ਤੇ ਹੋ ਰਹੀ ਹੈ। ਔਰ ਸ਼੍ਰੀਲ ਪ੍ਰਭੂਪਾਦ ਬਹੁਤ ਅੱਛਾ ਇਹਦੇ ਵਿੱਚ ਤਾਤਪਰ ਇਹਦੇ ਟੀਕਾ ਦੇ ਵਿੱਚ ਲੈ ਕੇ ਆ ਰਹੇ ਹੈ ਕਿ ਐਕਚੁਅਲੀ ਇੱਕ ਰਾਜਾ ਜੋ ਹੈ ਉਹਦੇ ਲਈ ਹਿੰਸਾ ਕਰਨਾ ਜਿਹੜਾ ਹੈ ਨਾ ਉਹ ਜਾਇਜ਼ ਹੈ, ਕਿਉਂਕਿ ਮਨੂ ਸਮਿਤ ਔਰ ਜੋ ਸ਼ਾਸਤਰ ਦੇ ਅਨੁਸਾਰ ਕਰਦਾ, ਜਿਸ ਤਰ੍ਹਾਂ ਮਨੂ ਸੰਹਿਤਾ ਵਿੱਚ ਦਿੱਤਾ ਹੈ ਕਿ ਜੇ ਕਿਸੇ ਨੇ ਕਿਸੇ ਦਾ ਕਤਲ ਕਰ ਦਿੱਤਾ ਤਾਂ ਉਸ ਬੰਦੇ ਨੂੰ ਫਾਂਸੀ ਤੇ ਚੜਾ ਦੇਣਾ ਚਾਹੀਦਾ ਤਾਂ ਕਿ ਉਹਨੂੰ ਅਗਲੇ ਜਨਮ ਦੇ ਵਿੱਚ ਉਸ ਤੋਂ ਵੱਧ ਫਲ ਨਾ ਭੋਗਣਾ ਪਵੇ, ਹੈ ਨਾ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਮਤਲਬ ਅੱਜ ਦੀ ਡੇਟ ਵਿੱਚ ਹਰ ਕੋਈ ਕਹਿੰਦਾ ਕਿ ਬਈ ਹਿੰਸਾ ਨਹੀਂ ਕਰਨੀ, ਹਿੰਸਾ ਗਲਤ ਹੈ, ਵਾਇਲੈਂਸ ਗਲਤ ਹੈ, ਲੇਕਿਨ ਕਿਤੇ ਨਾ ਕਿਤੇ ਅਸੀਂ ਦੂਜੇ ਐਕਸਟ੍ਰੀਮ ਵਿੱਚ ਚਲੇ। ਠੀਕ ਹੈ, ਹਿੰਸਾ ਅੱਛਾ ਚਲੋ ਇੱਕ ਗੱਲ ਪੁੱਛਦਾ ਜਿੰਨੇ ਵੀ ਇੱਥੇ ਕਲਾਸ ਦੇ ਵਿੱਚ ਨੇ ਕਿ ਅੱਗ ਚੰਗੀ ਚੀਜ਼ ਹੈ ਜਾਂ ਮਾੜੀ ਚੀਜ਼ ਹੈ? ਜਸਟ ਅੱਗ tell me, ਕੋਈ just raise your hand or whatever। of course ਜੋ ਅੱਗ ਹੈ ਉਹਦੀ ਆਪਣੀ ਇੱਕ ਵਰਤੋਂ ਹੈ। ਜੇ ਜਿਸ ਤਰ੍ਹਾਂ ਹੁਣ ਅੱਜ ਕੱਲ ਨਿਊਜ਼ ਵਿੱਚ ਆ ਰਿਹਾ ਕਿ ਕਾਫੀ ਜੰਗਲ ਜਿਹੜੇ ਨੇ ਨਾ ਇੰਡੀਆ ਦੇ ਵਿੱਚ, ਈਵਨ ਐਮਾਜ਼ਨ ਦੇ ਜੰਗਲਾਂ 'ਚ ਵੀ ਅੱਗ ਲੱਗੀ ਔਰ ਕਾਫੀ ਜੰਗਲ ਖਤਮ ਹੋ ਗਏ, 33% ਜੰਗਲ ਖਤਮ ਹੋ ਗਏ। ਬੁਰੀ ਚੀਜ਼ ਹੈ ਨਾ। ਲੇਕਿਨ ਸਾਡੇ ਆਪਣੇ ਘਰ ਦੇ ਵਿੱਚ ਵੀ ਅਸੀਂ ਅੱਗ ਦੀ ਵਰਤੋਂ ਡੇਲੀ ਕਰਦੇ ਹਾਂ, ਡੇਲੀ। ਈਵਨ ਸਾਡੀ ਬਾਡੀ ਦੇ ਅੰਦਰ ਵੀ ਅੱਗ ਹੈ। ਪੰਜ ਤੱਤ ਨੇ ਜਿਹੜੇ ਸਾਡੇ ਸਰੀਰ ਦੇ, ਉਹਦੇ ਚੋਂ ਇੱਕ ਤੱਤ ਹੈ ਅੱਗ। ਔਰ ਇਹਦੇ ਇਲਾਵਾ ਕੀ ਕਹਿੰਦੇ ਉਹਨੂੰ, ਡੇਲੀ ਅਸੀਂ ਜੋ ਖਾਣਾ ਖਾਂਦੇ ਹਾਂ ਜਾਂ ਹੋਰ ਵੀ ਕਿੰਨੇ ਤਰੀਕਿਆਂ ਨਾਲ ਆਪਾਂ ਅੱਗ ਦੀ ਵਰਤੋਂ ਕਰਦੇ। ਈਵਨ ਜੋ ਸਾਡੀ ਟਰਾਂਸਪੋਰਟੇਸ਼ਨ ਦਾ ਮੋਡ ਹੈ, ਲਾਈਕ ਕਾਰ ਹੈ ਜਾਂ ਐਕਟਿਵਾ ਹੈ, ਸਕੂਟਰ ਹੈ, ਮੋਟਰਸਾਈਕਲ ਹੈ, ਇਹਨਾਂ ਦੇ ਵਿੱਚ ਵੀ ਅੱਗ ਦੀ ਵਰਤੋਂ ਹੋ ਰਹੀ ਹੈ। ਜਸਟ ਇਮੈਜਿਨ। ਔਰ ਅਸੀਂ ਜੇ ਕਹਿ ਦਈਏ ਕਿ ਅੱਗ ਬੁਰੀ ਚੀਜ਼ ਹੈ ਸਿਰਫ ਇੱਕ ਪੱਖ ਦੇਖ ਕੇ, ਲੇਕਿਨ ਅਸੀਂ ਉਹਦੀ ਵਰਤੋਂ ਕਰ ਰਹੇ ਹਾਂ। ਲੇਕਿਨ ਸਾਨੂੰ ਪਤਾ ਹੈ ਕਿ ਅਸੀਂ ਅੱਗ ਦੀ ਵਰਤੋਂ ਕਦੋਂ ਕਿਸ ਤਰ੍ਹਾਂ ਕਰਨੀ ਹੈ, ਉਹਦੀ ਯੂਟਿਲਿਟੀ। ਉਸੇ ਤਰ੍ਹਾਂ ਜੋ ਹਿੰਸਾ ਹੈ ਉਹਦੀ ਵਰਤੋਂ ਸਾਨੂੰ ਆਉਣੀ ਚਾਹੀਦੀ ਹੈ ਕਿ ਉਹ ਕਰਨੀ ਕਿਸ ਤਰ੍ਹਾਂ ਹੈ। ਇਸ ਸੰਸਾਰ ਵਿੱਚ ਕੋਈ ਵੀ ਇਮੋਸ਼ਨ ਜੋ ਹੈ ਨਾ, ਜਿੰਨੇ ਵੀ ਇਮੋਸ਼ਨਸ ਭਗਵਾਨ ਕ੍ਰਿਸ਼ਨ ਨੇ ਬਣਾਏ ਹੈ, ਇਸ ਸ੍ਰਿਸ਼ਟੀ ਦੀ ਰਚਨਾ ਕਰੀ ਹੈ, ਉਹਦੀ ਹਰ ਕਿਸੇ ਦੀ ਇੱਕ ਖਾਸ ਥਾਂ, ਔਰ ਉਸ ਖਾਸ ਥਾਂ ਤੋਂ ਇਲਾਵਾ ਉਹਦਾ ਇੱਕ ਮਹੱਤਵ ਵੀ ਹੈ। ਲੇਕਿਨ ਇੱਕ ਸਿਆਣੇ ਬੰਦੇ ਨੂੰ ਪਤਾ ਹੈ ਕਿ ਉਹਦੀ ਵਰਤੋਂ ਮੈਂ ਕਦੋਂ, ਕਿੱਥੇ, ਕਿਸ ਤਰ੍ਹਾਂ ਤੇ ਕਿੰਨੀ ਮਾਤਰਾ ਦੇ ਵਿੱਚ ਕਰਨੀ। ਬੇਵਕੂਫ ਹੁੰਦਾ ਜਿਹੜਾ ਕਹੇਗਾ ਕਿ ਬਈ ਇਹਦੇ 'ਚ ਇਹ ਦੋਸ਼ ਹੈ, ਇਹਦੇ 'ਚ ਇਹ ਗਲਤੀ ਹੈ, ਇਹ ਗਲਤ ਹੈ। ਲੇਕਿਨ ਇੱਕ ਸਮਝਦਾਰ ਨੂੰ, ਸਿਆਣੇ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਮੰਨ ਲਓ ਫੋਰ ਐਗਜ਼ਾਮਪਲ ਜਿੱਥੇ ਤਲਵਾਰ ਦਾ ਕੰਮ ਹੈ ਉੱਥੇ ਸੂਈ ਨਹੀਂ ਵਰਤੀ ਜਾ ਸਕਦੀ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਸੂਈ ਨੂੰ ਆਪਾਂ ਵਰਤ ਨਹੀਂ ਸਕਦੇ। ਲੇਕਿਨ ਕੱਪੜੇ ਸਿਉਣ ਲਈ ਤਾਂ ਸੂਈ ਦੀ ਲੋੜ ਹੈ, ਤਲਵਾਰ ਦਾ ਕੋਈ ਕੰਮ ਨਹੀਂ।
ਤਾਂ ਇਹ ਛੋਟੀ ਛੋਟੀ ਗੱਲਾਂ ਨੇ। ਉਸੇ ਤਰ੍ਹਾਂ ਇੱਕ ਮੂਵਮੈਂਟ ਚਲੇ ਸੀ ਜਿਹਦੇ ਚ ਅੱਧਾ ਸ਼ਲੋਕ ਬੋਲਿਆ ਗਿਆ ਸੀ, ਅਹਿੰਸੋ ਪਰਮੋ ਧਰਮ। ਸ਼ਾਇਦ ਪਤਾ ਹੋਏਗਾ ਸਾਰਾ, ਹੈ ਨਾ। ਕੋਈ ਦੱਸ ਸਕਦਾ ਹੈ ਕਿ ਇਹਦਾ ਬਾਕੀ ਦਾ ਸ਼ਲੋਕ ਕੀ ਹੈ? ਇਹ ਅੱਧਾ ਸ਼ਲੋਕ ਹੈ। ਇਹ ਮਹਾਭਾਰਤ ਦੇ ਵਿੱਚ ਅਨੁਸ਼ਾਸਨ ਪਰਵ ਹੈ, ਉੱਥੋਂ ਇਹ ਸ਼ਲੋਕ ਲਿਆ ਹੋਇਆ। ਅਹਿੰਸੋ ਵੇਦਾਂ ਚ ਕਿ ਅਹਿੰਸਾ ਪਰਮ ਧਰਮ। मतलब इत्थे असीं गल कर रहे हैं वायलेंस की, कि वायलेंस जो है कित्थे तक जायज़ है, कि सानू हिंसा की वरतों करनी चाहिए है या नहीं करनी चाहिए। मतलब अहिंसा परमो धर्म हो सकता है सन्यासी लई, योगी लई अहिंसा होवे, लेकिन संसार दे विच, देश दे विच, लोकां दे लई क्या असीं नू यूज कर सकते? क्वेश्चन इत्थे। महाभारत के इस पर्व ਦੇ ਵਿੱਚ ਇਹ ਅੱਧਾ ਸ਼ਲੋਕ ਹੈ ਜਿਸ ਨੂੰ ਪੋਲੀਟੀਕਲੀ ਯੂਜ਼ ਕੀਤਾ ਗਿਆ, ਅਹਿੰਸੋ ਪਰਮੋ ਧਰਮ। ਤਾਂ ਇਹਦੇ ਦੇ ਬਹੁਤ ਸਾਰੇ ਆਰਗੂਮੈਂਟਸ ਇਹਨੂੰ ਕੱਟਣ ਦੇ, ਲੇਕਿਨ ਸਭ ਤੋਂ ਪਹਿਲਾਂ ਆਪਾਂ ਜਾਣ ਲੈਂਦੇ ਕਿ ਇਹਦਾ ਪੂਰਾ ਸ਼ਲੋਕ ਕੀ ਹੈ। ਧਰਮ ਹਿੰਸਾ ਤਥੈਵ ਚ, मतलब ਕਿ ਅਗਰ ਧਰਮ ਦੀ ਰੱਖਿਆ ਦੇ ਲਈ, ਹਿੰਸਾ ਦੀ ਰੱਖਿਆ ਦੀ, ਜੇ ਧਰਮ ਦੀ ਕਿਤੇ ਵੀ ਸਾਨੂੰ ਰੱਖਿਆ ਦੀ ਲੋੜ ਹੈ ਜਾਂ ਧਰਮ ਨੂੰ ਬਚਾਉਣ ਦੇ ਲਈ ਜਿੱਥੇ ਹਿੰਸਾ ਦੀ ਲੋੜ ਹੈ ਉੱਥੇ ਹਿੰਸਾ ਕਰਨੀ ਚਾਹੀਦੀ ਹੈ। ਔਰ ਮਜ਼ੇ ਦੀ ਗੱਲ ਹੈ ਕਿ ਜੋ ਸਨਾਤਨ ਸੰਸਕ੍ਰਿਤੀ ਹੈ ਉਹਦਾ ਡਾਊਨਫਾਲ ਜਾਂ ਉਹਦੀ ਅੰਡਰਸਟੈਂਡਿੰਗ ਕਦੋਂ ਡਾਊਨ ਹੋਈ ਭਾਰਤ ਵਰਸ਼ ਦੇ ਵਿੱਚ, ਤਾਂ ਉਹ ਹੋਈ बुद्धिज्म तो बाद जनरली, क्योंकि इस करके शंकराचार्य आए, चैतन्य महाप्रभु आए, क्योंकि बुद्धिज्म ने अहिंसा का जो कॉन्सेप्ट है वो लेके आए, जिस कारण जो भारतीय संस्कृति है उन्हें बचाने के लिए लोगों ने हथियार सुटे। मतलब भगवद गीता भगवान कृष्ण खुद कह रहे परित्राणाय साधुनां विनाशाय च दुष्कृतां, कि मैं जेड़े दुष्कृति है उन्होंने विनाश लिए भी आना। यानी कि भगवान कृष्ण भी हथियार चलते, राम भगवान के हाथ भी हथियार है, बस शिव जी के हाथ भी हथियार है। जस्ट इमेजिन परम वैष्णव, तो कोई लेकिन पता होना चाहिए उस हथियार का, उस हिंसा का उपयोग कदों, किस तरह ते किसने करना है, ये भी पता होना चाहिए किसने करना है। इसका मतलब ये भी नहीं कि बच्चा बच्चा जो है वो हथियार चक लवे, इट्स नॉट लाइक दैट। एक तो यह है कि श्रील प्रभुपाद एक होर चीज कह रहे हैं कि असी अगर बुद्धिज्म की गल मनीए कि अहिंसा परमो धर्म है, असी अहिंसा नहीं करनी, तो जैनिज्म, बुद्धिज्म ये सब तो ज्यादा इस चीज, इस कॉन्सेप्ट को प्रमोट करते हैं। लेकिन क्या असी उन्होंने जीवन में हिंसा है नहीं? वो खाना किस तरह खाने? शास्त्रां वेदां लिखा है कि एक पेड़ दे विच भी जान हुंदी है, वो भी एक जीव है। 84 ਲੱਖ ਯੋਨੀਆਂ ਦੇ ਵਿੱਚੋਂ ਉਹਨਾਂ ਦੀ ਵੀ ਯੋਨੀਆਂ ਨੇ। ਤਾਂ ਹੁਣ ਜੇ ਤੁਸੀਂ ਉਹਦਾ ਫਰੂਟਸ ਤੋੜੇ ਜਾਂ ਸਬਜ਼ੀ ਤੋੜੀ ਹੈ ਜਾਂ ਕੋਈ ਵੀ ਚੀਜ਼ ਤੋੜੀ, ਉਹ ਵੀ ਹਿੰਸਾ ਹੋਗੀ। ਤੁਸੀਂ ਉਹਦੇ ਅੰਗ ਤੋੜ ਕੇ ਖਾ ਰਹੇ ਹੋ, ਉਹ ਵੀ ਹਿੰਸਾ ਹੋਗੀ, ਉਹ ਵੀ ਗਲਤ ਹੋ ਗਿਆ। ਤਾਂ ਸ਼੍ਰੀਲ ਪ੍ਰਭੁਪਾਦ ਲਿਖਦੇ ਕਿ ਅਸਲ ਵਿੱਚ ਅਸੀਂ ਕਦੇ ਵੀ ਇਹੋ ਜਿਹੀ ਸਟੇਜ ਤੇ ਨਹੀਂ ਹੈ ਜਦ ਤੱਕ ਅਸੀਂ ਸਰੀਰ ਨਾ ਛੱਡੀਏ ਕਿ ਅਸੀਂ ਅਹਿੰਸਾ ਦਾ ਪਾਲਨ ਕਰ ਸਕੀਏ। हो ही नहीं सकता, किसी ना किसी लैवल पे असी हिंसा का पालन कर रहे हैं। एक और जीवो जीवस्य जीवना, वेद में बहुत फेमस वाक है। क्या है कि एक जीव दूजे जीव का भोजन है। असी फूड चेन भी पढ़ी है साइंस दे विच कि चूहे नूं बिल्ली खांदी है, बिल्ली नूं कुत्ता खाएगा, कुत्ते नूं अगे होर वड्डे जानवर खाणगे, एक चेन बनी हुई है इस तरह। सो एक इम्पॉसिबल है, यानी कि ये जड़ा धर्म है बुद्धि अहिंसा परमो धर्म, ये आम लोगों वास्ते है, उन्होंने ये तो प्रैक्टिकली नहीं है ना। नाउ जदों कोई गल किसी कही जाती है, किसी कॉन्टैक्स्ट दे, किसी संदर्भ दे विच कही जाती है, एक पर्टिकुलर किसी चीज लिखी जाती है, तो ये किदे लई कहा गया। जिस तरह नरसिंह पुराण दे विच एक पतिव्रता नारी जो है, औरत जो है, वो एक सन्यासी नूं, एक मतलब कि नवा सन्यासी बनया, अपने सन्यास के घमंड सी, हंकार सी,
ਉਸਨੂੰ ਉਹ ਡਾਂਟ ਰਹੀ ਹੈ ਔਰ ਉਹਨੂੰ ਕਹਿ ਰਹੀ ਹੈ ਕਿ ਜਿਹੜਾ ਗ੍ਰਸਥ ਆਸ਼ਰਮ ਹੈ ਉਹ ਕਿਤੇ ਸ਼੍ਰੇਸ਼ਟ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਜੋ ਸੰਨਿਆਸ ਆਸ਼ਰਮ ਹੈ ਉਹ श्रेष्ठ नहीं है, वो हायर लेवल ਤੇ ਨਹੀਂ ਹੈ। नो, ਇਸ ਤਰ੍ਹਾਂ ਨਹੀਂ ਹੈ, ਇਹ ਗੱਲ ਇਸ ਤਰ੍ਹਾਂ ਨਹੀਂ ਹੈ। ਅਸਲ ਵਿੱਚ ਉਹ ਉਸ ਕੰਟੈਕਸਟ ਵਿੱਚ ਕਹਿ ਰਹੀ ਹੈ ਕਿਉਂਕਿ ਉਹ ਸੰਨਿਆਸੀ ਜਿਹੜਾ ਹੈ ਉਸਨੂੰ ਕੀ ਕਹਿੰਦੇ ਉਹਨੂੰ ਹੰਕਾਰ ਹੋ ਗਿਆ। ਇਸ ਕੰਟੈਕਸਟ ਦੇ ਵਿੱਚ ਕਿਹਾ ਜਾ ਰਿਹਾ ਕਿ ਉਹਦੇ ਨਾਲੋਂ ਇੱਕ ਹੰਕਾਰੀ ਸੰਨਿਆਸੀ ਨਾਲੋਂ ਜਿਹੜਾ ਇੱਕ ਨਵਾਂ ਬਣਿਆ ਉਸ ਤੋਂ ਬੈਟਰ ਹੈ ਇੱਕ ਪਤੀਵ੍ਰਤਾ ਇਸਤਰੀ ਹੈ, ਇੱਕ ਗ੍ਰਸਥ ਆਸ਼ਰਮੀ ਜੋ ਨਿਮਰਤਾ ਨਾਲ ਰਹਿ ਰਿਹਾ ਉਹ ਬੈਟਰ ਹੈ। ਉਹਦੀ ਗੱਲ ਹੋਈ ਤਾਂ ਇਹਦਾ ਮਤਲਬ ਇਹ ਨਹੀਂ ਕਿ ਸੰਨਿਆਸ ਆਸ਼ਰਮ ਜੋ ਟॉप मोस्ट आश्रम है वो नीवा हो गया गृहस्थ आश्रम तो। और अच्छा चलो एक होर बेदा ਦਿੱਤਾ ਹੈ कि जो औरत है ਉਹ ਸਾਰਿਆਂ ਦੇ ਲਈ ਪੂਜਨੀय ਹੈ ਤੇ ਜਿੱਥੇ ਇੱਕ ਔਰਤ ਦੀ ਪੂਜਾ ਹੁੰਦੀ ਹੈ ਉੱਥੇ ਦੇਵੀ ਦੇਵਤਾ ਵਸਦੇ ਤੇ ਆਪਾਂ ਸੁਣਿਆ ਪੰਜਾਬ ਦੇ ਵਿੱਚ। लेकिन दूजे पासे ये भी कहा गया कि औरत जो है वो माया है। क्या है किनू मनोगे कॉन्टेक्स्ट देखना पड़ेगा किस संदर्भ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ। ਤਾਂ ਇਹ ਅਹਿੰਸੋ ਪਰਮੋ ਧਰਮ एक इस कॉन्टेक्स्ट ਵਿੱਚ ਕਹੀ ਗਈ ਸੀ। युधिष्ठिर महाराज भीष्म पितामह ਨੂੰ ਪੁੱਛ ਰਹੇ हैं कि श्राद्ध ਦੇ ਵਿੱਚ ਮੈਂ क्या मांस अर्पित कर सकदा अपने पितरां ਨੂੰ ਜਾਂ ਨਹੀਂ ਕਰ ਸਕਦਾ। ਤਾਂ ਉੱਥੇ ਇਹ ਗੱਲ ਪੁੱਛੀ ਗਈ मांस खाने के बारे में। उत्थे भीष्म पितामह मना कर रहे हैं, कह रहे हैं कि अहिंसा परमो धर्म, बस इतना है। लेकिन धर्म की रक्षा लीजिए हिंसा करनी तो कर सकते। नाउ सेकंड इदा एक और आर्गुमेंट है भगवत गीता च भगवान किते भी नहीं कह रहे कि अहिंसा का ही पालन करना, हिंसा नहीं करनी। धर्मयम संग्रामम ना करिष्यसि कि अगर हे अर्जुन तू इस लड़ाई दे विच हिस्सा नहीं लेना, लड़ाई नहीं करना तथा स्वधर्म कीर्तिम चाहित्वा पापम अवाप्यसे कि तू अपने धर्म का पालन, अपना जो तेरा स्वभाव है उसका पालन नहीं कर रहा और तू मेरी भी गल नहीं, मेरी गल तो छड़ तू मतलब अपना जो तेरा स्वभाव है उसका पालन नहीं कर रहा तो तू पाप ही कर रहा है। जो तेनू लग रहा है कि मैं अधर्म कर सॉरी अहिंसा कर रहा लेकिन वो धर्म नहीं अधर्म है। यानी कुछ परिस्थितियों दे विच कुछ हालातों दे विच जो अहिंसा जिन्होंने परम धर्म कहा जा रहा है वो भी भगवान कृष्ण कह रहे हैं कि वो पाप बन जाएगा, धर्म नहीं हो पाएगा। जिस तरह बहुत फेमस स्टोरी है पुराना दे विच दिती हुई है कि एक मुनि सी मतलब ऋषि सी उसने व्रत लिया है कि मैं कभी झूठ नहीं बोला और एक गां जी है उतो बजती हुई आई और उस सज्जे पासे चली पिछे पिछे ਉਹਦੇ ਕਸਾਈ ਉਸ ਨੂੰ ਮਾਰਨ ਦੇ ਲਈ ਉਹਨੂੰ ਫੜਨ ਦੇ ਲਈ ਆਇਆ ਤਾਂ ਉਹਨੇ ਪੁੱਛਿਆ ਉਸ ਸਨਿਆਸੀ ਨੂੰ ਕਿ ਉਹ ਗਾਂ ਦੇਖੀ ਕਿੱਥੇ। ਤਾਂ ਉਸਨੇ ਕਿਹਾ ਕਿ मैं अगर झूठ बोलांगा तो मैं मेरा धर्म खराब हो जाएगा, जब मैं सच बोलना तो जान चली जाएगी। फिर उसने कहा कि मैं बोलांगा, उन्हें इशारा करता है कि सज्जे पासे गई है। उस कसाई ने उस गां ਨੂੰ ਫੜ ਕੇ ਮਾਰ ਦਿੱਤਾ। नाउ नेक्स्ट लाइफ अगली लाइफ ਦੇ ਵਿੱਚ ਕੀ ਹੈ ਪੁਰਾਣਾ ਚ ਹੋਇਆ ਕਿ ਅਗਲੀ ਲਾਈਫ ਵਿੱਚ ਕੀ ਹੋਇਆ ਕਿ ਇੱਕ ਸਾਧੂ ਕਿਸੇ ਘਰ ਦੇ ਵਿੱਚ ਗਿਆ और मतलब पिंड जिस तरह रात में रुकने लिए उसने मंगी कि मैं रात को रहना चाहता हूँ, रात को रहने की थां दे दो। तो एक औरत ने उसको अपने घर जगह दी थी कमरे और उस औरत का घर वाला घर नहीं सी, जो घर नहीं सी और वो साधु बहुत सोहना सी। उस साधु ने उसने औरत ने कहा उस साधु ने कि मैं तेरे नाल ब्याह करना चाहूँ, मेरा पति तो है नहीं तो तू ही मेरे नाल संग कर ले। तो साधु ने कहा कि तो पॉसिबल ही नहीं है, मैं साधु हाँ, तू गल की कर रही है, पॉसिबल नहीं है। वो कहती भी मैं तेन किसी भी तरह जी है ना अपना बना के रहांगी या तेन किसी लायक नहीं छड्डा। कहना भी जो मर्जी कर ला भी मैं नहीं कर सकता। तो उसने अपने कपड़े फाड़े और पिंड वाले ਨੂੰ बुला भी इसने मेरे नाल जबरदस्ती करने की कोशिश की। सारा पिंड इकट्ठा हो गया। देन कहते की करिए, कहते तो ब्राह्मण है साधु है हुण इहदा की करिए। कहते इन्हें जेड़े हथ नाल इस औरत नाल जबरदस्ती करने की कोशिश करी है ना इहदा ये हथ वड़ दो। मार तो सकते नहीं, ब्राह्मण है साधु है तो उहदा हथ वड़ दिता।
ਅਸਲ ਵਿੱਚ ਇਹ ਜਿਹੜਾ ਸਾਧੂ ਸੀ ਨਾ ਪਿਛਲੇ ਜਨਮ ਵਿੱਚ ਉਹੀ ਯੋਗੀ ਸੀ ਜਿਹਨੇ ਗਊ ਵੱਲ ਇਸ਼ਾਰਾ ਕੀਤਾ ਸੀ, ਉਹਦਾ ਸੱਜਾ ਹੱਥ ਹੀ ਵੱਢਿਆ ਗਿਆ। ਔਰ ਇਹ ਗਊ ਉਹੀ ਔਰਤ ਸੀ ਜੋ ਪਿਛਲੇ ਜਨਮ ਦੇ ਵਿੱਚ ਇਹਦੀ ਸ਼ਰਨ ਚ ਆਈ ਸੀ ਔਰ ਇਸਨੇ ਸੱਚ ਬੋਲਣ ਦੇ ਚੱਕਰ ਵਿੱਚ, ਦੇਖ ਰਹੇ ਹੋ, ਪਾਪ ਹੋ ਗਿਆ ਨਾ। ਔਰ ਇੱਕ ਕਸਾਈ ਜਿਹੜਾ ਸੀ, ਇਹਦਾ ਚਲੋ ਜੋ ਹੋਣਾ ਸੀ ਹੋਣਾ, ਪਰ ਗੱਲ ਇਹ ਹੋਈ ਕਿ ਸੱਚ ਬੋਲਣ ਨਾਲ ਵੀ ਇਹਨੂੰ ਸਜ਼ਾ ਮਿਲੀ ਇਸ ਸਾਲ। ਤਾਂ ਉਸੇ ਤਰ੍ਹਾਂ ਅਹਿੰਸਾ ਜਦੋਂ ਹੈ ਧਰਮ ਦੀ ਰੱਖਿਆ ਦੇ ਲਈ ਹਿੰਸਾ ਕਰ ਸਕਦੇ ਹਾਂ, ਲੇਕਿਨ ਫਿਰ ਵੀ ਅਸੀਂ ਜੇ ਅਹਿੰਸਾ ਦਾ ਚੋਲਾ ਓੜੇ ਰਹੀਏ ਤਾਂ ਇੱਕ ਟਾਈਮ ਦੇ ਵਿੱਚ ਪਾਪ ਵੀ ਬਣ ਜਾਏ। ਸੋ ਵਾਇਲੈਂਸ ਯਾਨੀ ਕਿ ਜਿਹੜੀ ਹਿੰਸਾ ਹੈ ਉਹ ਸਕ੍ਰਿਪਚਰਸ ਜਾਂ ਸ਼ਾਸਤਰਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ, ਸ਼ਾਸਤਰਾਂ ਤੋਂ ਬਾਹਰ ਨਹੀਂ ਹੋਣੀ ਚਾਹੀਦੀ, ਧਰਮ ਦੀ ਰੱਖਿਆ ਲਈ ਹੋਣੀ ਚਾਹੀਏ, ਪੋलिटिकली मोटिवेटेड नहीं होनी चाहिए। मतलब जनरली जो गांधी ने अहिंसा परमो धर्म, गांधी मूवमेंट जो शुरू हुई सी नॉन वायलेंस मूवमेंट एंड नॉन कॉपरेशन मूवमेंट, दोनों का इकट्ठा एक जोड़ महात्मा गांधी ने बनाया। तो किते ना किते वो पॉलिटिकली मोटिवेटेड सी कि ਅਸੀਂ ਲੋਕਾਂ ਨੂੰ ਇਕੱਠੇ ਕਰੀਏ ਔਰ ਉਸ ਨੂੰ ਮਹਾਭਾਰਤ ਦੇ ਇਸ ਸ਼ਲੋਕ ਨਾਲ ਜੋੜ ਕੇ ਦਿੱਤਾ ਗਿਆ ਤਾਂ ਕਿ ਲੋਕਾਂ ਨੂੰ ਅਸੀਂ ਇਕੱਠੇ ਕਰੀਏ ਔਰ ਆਜ਼ਾਦੀ ਦਿਵਾ ਸਕੀਏ। ਤੇ ਪੋਲਿਟਿਕਲੀ ਮੋਟੀਵੇਟਡ ਸੀ। ਲੇਕਿਨ ਜੇ ਅਸੀਂ ਧਿਆਨ ਨਾਲ ਦੇਖੀਏ ਨਾ ਗਾਂਧੀ ਮੂਵਮੈਂਟ ਦੇ ਵਿੱਚ ਅਹਿੰਸਾ ਪਰਮੋ ਧਰਮਾਂ ਦੇ ਵਿੱਚ ਨॉन ਕੋਆਪਰੇਸ਼ਨ ਮੂਵਮੈਂਟ ਸੀ। ਨॉन ਕੋਆਪਰੇਸ਼ਨ ਦਾ ਮਤਲਬ ਹੈ ਕਿ ਅਸੀਂ ਅੰਗਰੇਜ਼ਾਂ ਦੇ ਨਾਲ ਕੋਆਪਰੇਟ ਨਹੀਂ ਕਰਾਂਗੇ, ਉਹਨਾਂ ਨੂੰ ਮੈਂਟਲੀ ਟੌਰਚਰ ਕਰਾਂਗੇ। मेंटली टॉर्चर करांगे मतलब मेंटली टॉर्चर करना मतलब होगा वायलेंस, मेंटली वायलेंस हो गई तो अहिंसा रही नहीं, तो हिंसा हो गई। मतलब किते भी ये चीज नहीं लिखी कि कोई जे एक थप्पड़ मारेगा दूजा गाल गिर के कर लो, ये किते भी नहीं, शास्त्रां विच नहीं। भगवान कृष्ण की अनुशंसा नहीं कर रहे। हाँ, जे तुहाडा कोई गुरु है, तुहाडा कोई वड्डा है जिहदे तुसीं शरण लई है, जे ਉਹ ਤੁਹਾਨੂੰ ਕੁਝ ਸਿਖਾਉਣ ਦੇ ਲਈ ਹਿੰਸਾ ਦੀ ਵਰਤੋਂ ਕਰਦਾ ਹੈ, ਇੱਕ ਥੱਪੜ ਮਾਰਦਾ ਦੂਜਾ ਕਰ ਸਕਦਾ। ਲੇਕਿਨ ਜੋ ਤੁਹਾਨੂੰ ਐਕਸਪਲੋਇਟ ਕਰਨਾ ਚਾਹੁੰਦਾ ਹੈ, ਜੋ ਤੁਹਾਡਾ ਸ਼ੋਸ਼ਣ ਕਰਨਾ ਚਾਹੁੰਦਾ ਹੈ, ਉਹਦੇ ਲਈ ਇਹ ਗੱਲਾਂ ਨਹੀਂ ਹੈ, ਕੰਟੈਕਸਟ ਚੇਂਜ ਹੈ। ਜਿਸ ਤਰ੍ਹਾਂ ਗੁਰੂ ਆਪਣੇ ਚੇਲੇ ਨੂੰ ਸਿਖਾਉਣ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਵਰਤ ਸਕਦਾ ਹੈ। ਸੋ ਭਗਤੀ ਅਹਿੰਸਾ ਪਰਮੋ ਧਰਮ ਨਹੀਂ, ਇਹ ਤਾਂ ਪੋਲਿਟਿਕਲੀ ਮੋਟੀਵੇਟਡ ਹੈ, ਤਾਂ ਕਲੀਅਰ ਹੈ। ਮਤਲਬ ਜਿਹਦੇ ਕਾਰਨ ਇੰਡੀਆ ਦੇ ਵਿੱਚ जो साडी भारतीय संस्कृति है, साडा जिहड़ा विरसा है, जो विद्या है शास्त्रां दी, वो सारी अलोप थल्ले चले क्योंकि असीं उहदी रक्षा नहीं कर सकते। मतलब एक राजा अगर उसनूं राजपाट चलाना है तो किस तरह अहिंसा का पालन कर सकता है कि दुश्मन आएंगे अटैक करेंगे, असीं की चुड़ियां बन के बैठे रहांगे। नाउ भक्ति परमोधर भागवतम ਦੇ ਵਿੱਚ ਜੋ ਭਾਗਵਤ ਪੁਰਾਣ ਹੈ, ਅਮਲਮ ਪੁਰਾਣ ਹੈ, ਜਿਸ ਨੂੰ ਕਹਾਂਗੇ ਕਿ ਇਹ ਅਮਲ ਪੁਰਾਣ ਹੈ, ਇਹਦੇ ਵਿੱਚ ਕੋਈ ਵੀ ਕਲੇਸ਼ ਨਹੀਂ ਹੈ, ਕੋਈ ਮਲ ਨਹੀਂ ਹੈ, ਟੌਪ ਮੋਸਟ ਹੈ। 18 ਪੁਰਾਣ ਨੇ, 18 ਦੇ ਵਿੱਚ 6 ਪੁਰਾਣ ਜੋ ਹੈ ਤਮੋਗੁਣੀ ਹੈ, 6 ਰਜੋਗੁਣੀ ਹੈ, 6 ਸਤੋਗੁਣੀ। मतलब 18 ਵਿੱਚੋਂ मतलब 3 ਕੈਟਾਗਰੀਜ਼ ਹਨ। ਤਮੋਗੁਣ ਤੋਂ ਉੱਪਰ ਅਥਾਰਟੀ ਹੈ ਰਜੋਗੁਣੀ ਪੁਰਾਣ ਦੀ। ਰਜੋਗੁਣ ਪੁਰਾਣ ਤੋਂ ਉੱਪਰ ਜਿਸ ਤਰ੍ਹਾਂ ਅग्नि पुराण है रजोगुणी, तो ऊपर जो पुराण है जिस तरह मत्स्य पुराण तमोगुनी पुराण है, की कहते हैं सात्विक पुराण, जिस तरह भागवत पुराण इन्हों टॉप मोस्ट किया गया क्योंकि सात्विक पुराण है टॉप मोस्ट है। तो इहदी अथॉरिटी इतनी ज्यादा है कि जे मान लो किसी नीचे वाली पुराणों दे कोई स्टेटमेंट है लेकिन वो मैच नहीं करती भागवतम दे नाल, तो भागवतम की अथॉरिटी मिलनी चाहिए। जिस तरह फॉर एग्जांपल दोनों दसी 10th क्लास दे विच जिस तरह आप मैथ पढ़िए, मैथ दे विच लिखा है कि 10 ਦੇ ਵਿੱਚੋਂ -2 ਘਟਾਈ ਤਾਂ ਕਿੰਨਾ ਬਣੇਗਾ, ਹੈ ਨਾ, -2 ਜਾਂ -10 ਦੇ ਵਿੱਚੋਂ 2 ਘਟਾਣਾ ਹੈ। ਲੇਕਿਨ ਇੱਕ ਛੋਟਾ ਬੱਚਾ ਹੈ, ਜੇ ਅਸੀਂ ਉਹਨੂੰ ਮੈਥਸ ਦੇ ਦਈਏ, ਉਹਨੂੰ ਕਹੀਏ ਵੀ 2 ਦੇ ਵਿੱਚੋਂ 10 ਘਟਾਣਾ ਹੈ, ਸਿੰਪਲ, ਉਹ ਕਹੇਗਾ ਹੋ ਹੀ ਨਹੀਂ ਸਕਦਾ, 10 ਚੋਂ 2 ਜਾ ਸਕਦਾ, 2 ਚੋਂ 10 ਕਿਸ ਤਰ੍ਹਾਂ ਜਾਏਗਾ। ਲੇਕਿਨ 10ਵੀਂ ਦਾ ਬੱਚਾ ਕਰ ਲੇਗਾ, ਉਸ -8 ਕਰ ਦੇਗਾ, 2 ਚੋਂ 10 ਮਾਈਨਸ। ਤਾਂ ਇਹ मतलब कि हायर लेवल है, हायर क्लास है। इसी तरह ये जो भागवत पुराण है, इसकी अथॉरिटी हायर। तो भागवत पुराण की कह रही है कि परम धर्म पुमसाम, यानी कि सारे मनुखा ने, सारे दे पुमसाम होता है। एक होता है पुम्स, पुम्स मतलब हो गया, पू मतलब होता है पुरुष, पुमसाम यानी पूरा समाज, सारे वास्ते। मतलब जदों ये वर्ड यूज किया है अहिंसा परमो धर्म,
ਇਹਦੇ ਚ ਪੁੰਸਾਮ ਨਹੀਂ ਕਿਹਾ ਗਿਆ। ਲੇਕਿਨ ਜਦੋਂ ਭਾਗਵਤਮ ਡਿਫਾਈਨ ਕਰੀਏ ਕਿ पुमसाम यानी जो मनुष्य समाज है उदया परम धर्म की है, टॉप मोस्ट यतो भक्ति अधोक्षज, कि इस एक अधोक्षज जो परम भगवान सुप्रीम पर्सनैलिटी ऑफ गॉड है, जो परम ईश्वर है, उन्हां दी भक्ति करना ही परम धर्म, भक्ति परमो धर्म एक तरह से एक कह लो। सो एक होर चीज है लाइक अहिंसा के ऊपर कि ਲਾਈਕ ਫਾਇਰ ਨੂੰ ਅਸੀਂ ਯੂਜ਼ ਕਰ ਸਕਦੇ ਹਾਂ, ਫਾਇਰ ਨੂੰ, ਅਗਨੀ ਨੂੰ, ਲੇਕਿਨ ਅਸੀਂ ਫਾਇਰ ਹੀ ਨਹੀਂ ਬਣਨਾ। ਮਤਲਬ ਅੱਗ ਦੀ ਵਰਤੋਂ ਕਰਨੀ ਹੈ ਪਰ ਅੱਗ ਬਬੂਲਾ ਨਹੀਂ ਹੋਣਾ। देयर आर टू डिफरेंट थिंग्स लाइक पेरेंट्स जो है अपने बच्चे ਨੂੰ बहुत प्यार करते हैं, लेकिन ਉਹਨੂੰ ਸਿਖਾਉਣ ਵਾਸਤੇ ਉਹ ਦਿਖਾ ਸਕਦੇ हैं कि ਅਸੀਂ ਗੁੱਸਾ ਹੈ, ਨਾਰਾਜ਼ ਹੈ, ਲੇਕਿਨ ਇੰਟਰਨਲੀ ਉਹਨਾਂ ਦੇ ਮਨ ਦੇ ਵਿੱਚ ਆਪਣੇ ਬੱਚੇ ਦੇ ਪ੍ਰਤੀ ਪ੍ਰੇਮ ਹੈ, ਉਹ ਹਟਾ ਨਹੀਂ ਸਕਦੇ। सो शंकरा के टाइम इवन बुद्धिज्म सी, जो अद्वैत शंकराचार्य आए सी, और रामानुजन मध्वाचार्य का टाइम मुस्लिम सी काफी। लेकिन उत्थे किते भी जदों इन्हां आचार्य ने, शंकराचार्य ने या मध्वाचार्य ने, रामानुजाचार्य ने गीता की कमेंट्री करी है, किते भी उन्होंने ये नहीं कहा कि जो मुस्लिम्स हैं या बुद्धिस्ट हैं इन्हां दा कत्ल किया जाए। मैं हुण गल कर रहा कि अहिंसा की वरतों किस तरह करनी है और कित्थे करनी है। मतलब हिंसा दी मतलब ਇਹਦਾ ਮਤਲਬ ਇਹ ਨਹੀਂ ਹੈ ਕਿ ਜਾ ਕੇ ਉਹਨੇ ਹਿੰਸਾ ਕਰ ਦਿਓ, ਦੂਜੇ ਧਰਮਾਂ ਦੇ ਖਿਲਾਫ ਬੋਲੀਏ ਜਾਂ ਹਥਿਆਰ ਚੁੱਕੀਏ। ਵੀ ਆਰ ਨਾਟ, ਇਹ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਗੀਤਾ ਕਹਿ ਰਹੀ ਹੈ ਕਿ ਆਪਣੇ ਧਰਮ ਦੀ ਰੱਖਿਆ ਦੇ ਲਈ, ਆਪਣੀ ਰੱਖਿਆ यानी ਉਹ ਬੋਡੀਲੀ ਲੈਵਲ ਤੇ ਗੱਲ ਨਹੀਂ ਹੋ ਰਹੀ, ਆਤਮਿਕ स्तर ਤੇ ਗੱਲ ਹੋ ਰਹੀ। सिर्फ और सिर्फ ਇਹਦਾ ਮਤਲਬ ਇਹ भी नहीं है कि जो वैष्णविज्म है उत्थे ही शुद्ध भक्त है। और भी जितने भी ऑथोराइज धर्म है, चाहे वो क्रिश्चियनिटी है चाहे वो इस्लाम है, उत्थे बहुत सारे सेंटली पर्सनस हुए जिन्होंने रब ने या ईश्वर ने, अल्लाह ने या भगवान ने उन्होंने सपोर्ट करी, तो उन्होंने प्रति तो फिर अपना अपराध हो जाएगा क्योंकि डिवोटी है। तो उत्थे उन्होंने भी कदे कमेंट्री च ये नहीं कहा, मतलब ਉੱਥੇ ਕਹਿ ਰਹੇ ਕਿ ਆਪਣੇ ਧਰਮ ਦੀ ਰੱਖਿਆ ਦੇ ਲਈ ਉਹ ਬੋਡੀਲੀ ਪਲੇਟਫਾਰਮ ਤੇ ਨਹੀਂ ਹੋ ਰਿਹਾ। ਇੱਕ ਤਾਂ ਹੁੰਦਾ ਨਾ ਕਿ ਬੋਡੀਲੀ ਪਲੇਟਫਾਰਮ ਤੇ ਮੈਂ ਹਿੰਦੂ ਹਾਂ, ਕਿਸ ਤਰ੍ਹਾਂ ਹਿੰਦੂ ਹੋ ਤੁਸੀਂ? ਕਿਉਂਕਿ ਮੇਰਾ ਜਨਮ ਜਿਹੜਾ ਹੈ ਉਹ ਹਿੰਦੂ ਪਰਿਵਾਰ ਚ ਹੋਇਆ। ਕਰਦੇ ਕਿਉਂ ਜੀ? ਮੈਂ ਦਾਰੂ ਵੀ ਪੀ ਲੈਣਾ, ਮੀਟ ਵੀ ਖਾ ਲੈਣਾ, ਅੱਛਾ ਜੀ ਮੈਂ ਗੰਦੀ ਮੂਵੀਜ਼ ਵੀ ਦੇਖ ਲੈਣਾ, ਅੱਛਾ ਲੜਕੀਬਾਜੀ ਵੀ ਮੈਂ ਕਰ ਲੈਣਾ, ਮੈਂ ਸਾਰੇ ਗਲਤ ਸਾਰਾ ਕੁਝ ਕਰਦਾ, ਫਿਰ ਵੀ ਮੈਂ ਹਿੰਦੂ ਹਾਂ। और ये मेरे धर्म बारे बोलेगा तो मैं मारांगा। क्यों भाई? पहले तू तो दस भी तू कर की रहे, ना तिलक लाना, ना कंठी पानी है, ना शिखा रखनी है, ना धोती कुर्ता पाना है, ना गीता का कुछ आंदा है, कुछ भी नहीं आंदा। धर्म है ही नहीं। बाय बर्थ तुसी कह रहे हो मैं हिंदू हाँ, लेकिन तुहाडे मन दे विच की है? कुछ भी नहीं, सब नॉनसेंस, पाप भरिया होया। उसी तरह इस्लाम दे विच भी है, क्रिश्चियनिटी च भी है, जो सही तरीके फॉलो नहीं करते। वो है ही नहीं। जो फैनेटिक बन गए तो उस धर्म दे विच है ही नहीं, उस धर्म दे नाम ते कुछ और ही कर रहे हैं, है ही कुछ और। They're out of the way. So भगवान कृष्ण इत्थे कह रहे हैं कि फाइट फॉर धर्म नॉट फॉर रिवेंज। जदों असीं शरीर दे स्तर ते गल करदे फिर असीं रिवेंज दी गल करदे, आत्मा दे स्तर ते आत्मा की प्रोटेक्शन दे कि इस आत्मा का कोई नुकसान ना हो जाए। जिस तरह भगवान कृष्ण कह रहे हैं कि भीष्म पितामह जो है ना, अगर होर जिंदा रहा है, द्रोणाचार्य होर टाइम लिए जिंदा रहा, तो ये दुर्योधन का होर साथ देंगे, होर पाप करेंगे। इस करके इन्हां दी इस बॉडी को खत्म कर दिया ताकि इन्हां दी नेक्स्ट बॉडी जो है, नेक्स्ट बॉडी दे विच धर्म का पालन कर सके। इस तरह चैतन्य महाप्रभु ने भी कहा कि एक कसाई सी वो क्या कहते जल्दी मर जाओ, क्योंकि एक ही पाप वाली लाइफ है, जल्दी खत्म हो जाए ताकि और पाप ना कर सके, वो बेटर है। उसी तरह भगवान कृष्ण से कह रहे हैं क्योंकि ये अधर्म का साथ दे रहे हैं, द्रोणाचार्य हो गए, भीष्म पितामह हो गए, कृपाचार्य हो गए, तो ये धर्म की लड़ाई, क्योंकि मेरा कहना नहीं मानते, ये दुर्योधन के नाम और मैं कह रहा जो वो धर्म है उसकी रक्षा के लिए लड़ाई करनी चाहिए और इन्होंने मरना चाहिए। क्योंकि ये मरनगे, ये हटनगे, उदों ही असी
वैष्णविज्म लिया सकते हैं, भक्ति लिया सकते हैं। दुर्योधन को एनर्जी का लेना देना नहीं, और दुर्योधन के अंदर है। सो इस तरह भगवान कृष्ण इस श्लोक ਦੇ ਵਿੱਚ कह रहे हैं कि हे पार्थ, एक बंदा, एक आदमी या एक बंदा या कोई भी जो जीवात्मा है, जो उसको आत्मा के बारे आत्मा की जानकारी है कि आत्मा ਨੂੰ ਮਾਰਿਆ ਨਹੀਂ ਜਾ ਸਕਦਾ, ਉਹ ਨਿੱਤਿ ਹੈ, ਸਨਾਤਨ ਹੈ, ਔਰ ਤਾਂ ਉਹ ਉਸਨੂੰ ਮਾਰੇਗਾ ਹੀ ਨਹੀਂ। ਉਹ ਤਾਂ ਉਹਦੇ ਸਰੀਰ ਨੂੰ ਖਤਮ ਕਰ ਰਿਹਾ ਹੈ, ਉਹ ਵੀ ਸਰੀਰ ਉਸ ਸਰੀਰ ਨੂੰ ਖਤਮ ਕਰ ਰਿਹਾ ਹੈ ਜਿਹੜਾ ਧਰਮ ਦਾ ਪਾਲਣ ਨਹੀਂ ਕਰ ਰਿਹਾ। ਉਹਦੀ ਗੱਲ ਹੋਈ। ਔਰ ਉੱਥੇ ਤਾਂ ਫਿਰ ਮਤਲਬ ਜਿਹੜਾ ਵੀ ਧਰਮ ਦਾ ਪਾਲਣ ਨਹੀਂ ਕਰ ਰਿਹਾ ਉਸਨੂੰ, ਹਾਂ ਕਲਯੁਗ ਦੇ ਵਿੱਚ ਹੁਣ ਕੀ ਹੈ, ਹਿੰਸਾ ਦਾ ਕੀ ਇੰਪੋਰਟੈਂਸ ਕੀ ਮਾਨਤਾ ਹੈ। ਚਿਤਰੇ ਮਹਾਪੁਰ ਨੇ ਕਿਹਾ ਕਿ ਠੀਕ ਅਸੀਂ ਹਰੀ ਨਾਮ ਕਰਕੇ ਲੋਕਾਂ ਦੇ ਮਨ ਦੇ ਵਿੱਚ ਜੋ ਪਾਪ ਪ੍ਰਤੀ ਉਹਨੂੰ ਖਤਮ ਕਰਾਂਗੇ। ਇਸ ਤਰ੍ਹਾਂ ਕਰਾਂਗੇ, ਸੰਕੀਰਤਨ ਮੂਵਮੈਂਟ ਦੀ ਰੱਖਿਆ ਕਰਾਂਗੇ। ਹਾਂ, ਇਵਨ ਚਿਤਰੇ ਮਹਾਪ੍ਰਭੂ ਨੇ ਵੀ ਸੁਦਰਸ਼ਨ ਚੱਕਰ ਚੱਕ ਲਿਆ ਸੀ ਜਦੋਂ ਨਿਤਿਆਨੰਦ ਪ੍ਰਭੂ ਜੋ ਹੈ ਉਹਨਾਂ ਦੇ ਉੱਪਰ ਜਗਾਈ ਮਧਾਈ ਨੇ ਅਟੈਕ ਕੀਤਾ ਸੀ। ਸੋ ਲਾਈਕ ਦੈਟ ਮਨਾ ਨਹੀਂ, ਵਾਇਲੈਂਸ ਇਜ਼ ਨਾਟ ਬੈਡ। ਮਤਲਬ ਜੇ ਕੋਈ ਕਹਿੰਦਾ ਕਿ ਅੱਛੀ ਨਹੀਂ ਹੈ ਤਾਂ ਬੁਰੀ ਨਹੀਂ, ਲੇਕਿਨ ਇਹਦੀ ਆਪਣੀ ਇੱਕ ਮਹੱਤਤਾ, ਇੱਕ ਉਪਯੋਗਤਾ ਹੈ ਜਿਸ ਨੂੰ ਅਸੀਂ ਵਰਤ ਸਕਦੇ, ਡਿਨਾਈ ਨਹੀਂ ਕਰ ਸਕਦੇ। ਆਪਣੀ ਡੇਲੀ ਲਾਈਫ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ, ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ, ਸਿਖਾਉਣ ਲਈ ਸਮਾਨ। ਹਾਂ, ਲੇਕਿਨ ਉਹਦੇ ਨਾਲ ਇਹ ਹੈ ਕਿ ਅਸੀਂ ਆਪਣੀ ਕੌਨਸ਼ੀਅਸਨੈਸ ਨੂੰ, ਆਪਣੇ ਉਸਨੂੰ ਨਾ ਖਰਾਬ ਕਰੀਏ। ਇਸ ਕਰਕੇ ਐਕਚੁਅਲੀ ਇਹ ਜੋ ਵਾਇਲੈਂਸ ਹੈ ਜਾਂ ਕ੍ਰੋਧ ਹੈ ਜਾਂ ਗੁੱਸਾ ਹੈ ਜਾਂ ਹਿੰਸਾ ਹੈ, ਇਹ ਥੋੜੀ ਜੀ ਡਿਫਿਕਲਟ, ਜਿਸ ਤਰ੍ਹਾਂ ਅਟੈਚਮੈਂਟ ਹੈ ਨਾ, ਪ੍ਰੇਮ ਸੰਸਾਰ ਦੇ ਵਿੱਚ ਅਟੈਚਮੈਂਟ ਨੂੰ ਸਾਹਮਣਾ ਵੀ ਤਾਂ ਔਖਾ ਹੀ ਹੈ। ਮਤਲਬ ਕਿਸੇ ਨਾਲ ਅਸੀਂ ਪ੍ਰੇਮ ਕਰਦੇ ਹਾਂ, ਅਟੈਚਮੈਂਟ ਹੋ ਜਾਂਦੀ ਹੈ, ਤਾਂ ਫਿਰ ਅਸੀਂ ਸਹੀ ਤਰੀਕੇ ਭਗਤੀ ਨਹੀਂ ਕਰ ਸਕਦੇ, ਉਹ ਵੀ ਤਾਂ ਮੁਸ਼ਕਿਲ ਹੈ। ਲੇਕਿਨ ਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਉਸ ਚੀਜ਼ ਨੂੰ ਬਿਲਕੁਲ ਖਤਮ ਕਰ ਦਈਏ। ਉਹਦੀ ਇੱਕ ਵਰਤੋਂ ਹੈ ਕਿ ਜੇ ਸਾਨੂੰ ਪ੍ਰੇਮ ਕਰਨਾ ਆਏਗਾ ਤਾਂ ਅਸੀਂ ਵੈਸ਼ਨਵਾਂ ਨੂੰ, ਡਿਵੋਟਿਸ ਨੂੰ ਤੇ ਭਗਵਾਨ ਨੂੰ ਵੀ ਪ੍ਰੇਮ ਕਰਾਂਗੇ। ਜਿਸ ਇਮੋਸ਼ਨ ਦੇ ਬਾਰੇ ਸਾਨੂੰ ਕੁਝ ਪਤਾ ਹੀ ਨਹੀਂ, ਉਹਨੂੰ ਅਸੀਂ ਵਰਤਾਂਗੇ ਕਿਸ ਤਰ੍ਹਾਂ ਭਗਵਾਨ ਦੀ ਸੇਵਾ ਵਿੱਚ। ਪ੍ਰੇਮ ਵੀ ਆਪਣੇ ਆਪ ਦੇ ਵਿੱਚ ਇੱਕ ਡਿਫਿਕਲਟ ਇਮੋਸ਼ਨ ਹੈ ਜਿਹਨੂੰ ਕੰਟਰੋਲ ਕਰਨਾ ਡਿਫਿਕਲਟ ਹੈ। ਜੇ ਅਸੀਂ ਲੈ ਲਈਏ ਕਿ ਵੀ ਹਿੰਸਾ ਡਿਫਿਕਲਟ ਇਮੋਸ਼ਨ ਹੈ, ਉਹਨੂੰ ਅਸੀਂ ਹੈਂਡਲ ਨਹੀਂ ਕਰ ਸਕਦੇ, ਪ੍ਰੇਮ ਵੀ ਇੱਕ ਡਿਫਿਕਲਟ ਇਮੋਸ਼ਨ ਹੈ ਜਿਹਨੂੰ ਹੈਂਡਲ ਨਹੀਂ ਕੀਤਾ ਜਾ ਸਕਦਾ। ਲੇਕਿਨ ਭਗਵਾਨ ਕ੍ਰਿਸ਼ਨ ਅਸੀਂ ਪ੍ਰੇਮ ਤਾਂ ਕਰਨਾ ਹੀ, ਇਸ ਕਰਕੇ ਉਹ ਇਮੋਸ਼ਨ ਬਣਿਆ ਹੋਇਆ। ਉਹ ਇੱਕ ਹੈਲਪ ਹੈ ਭਗਵਾਨ ਕ੍ਰਿਸ਼ਨ ਦੇ ਨਾਲ ਆਸਕਤੀ ਕਰਨੀ, ਪ੍ਰੇਮ। ਲੇਕਿਨ ਉਹ ਪਤਾ ਹੋਣਾ ਚਾਹੀਦਾ ਪ੍ਰੇਮ ਕੀ ਹੈ, ਇਸ ਕਰਕੇ ਉਹ ਇਮੋਸ਼ਨ ਭਗਵਾਨ ਕ੍ਰਿਸ਼ਨ ਨੇ, ਭਗਵਾਨ ਨੇ ਸਾਨੂੰ ਦਿੱਤਾ। ਉਸੇ ਤਰ੍ਹਾਂ ਕ੍ਰੋਧ ਵੀ ਹੈ। ਹਨੂਮਾਨ ਜੀ ਨੇ ਕ੍ਰੋਧ ਦਾ ਉਪਯੋਗ ਨਹੀਂ ਕੀਤਾ, ਤਾਂ ਕ੍ਰੋਧ ਜੋ ਹੈ ਉਹਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ, ਲੇਕਿਨ ਡਿਫਿਕਲਟ ਇਮੋਸ਼ਨ ਹੈ, ਬਟ ਹੈਂਡਲ ਕੀਤਾ ਜਾ ਸਕਦਾ ਹੈ under the guidance of Vaishnav, under the guidance of scriptures, but wisely. So अगर किसी ने यूज करना आ गया, वो भगवान कृष्ण बहुत ही प्रिय बन जाएगा। ओके, थैंक यू। हरे कृष्ण, जय श्रील प्रभुपाद। किसी का